ਸਤਿ ਸ਼੍ਰੀ ਅਕਾਲ ਸਟੂਡੈਂਟਸ, ਵੈਲਕਮ ਟੂ ਫਤਿਹ ਐਡੂਕॉम। ਸੋ ਅੱਜ ਅਸੀਂ MCQs ਜਿਹੜੇ ਆ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਉੱਤੇ ਕਰਾਂਗੇ, ਬਿਕੋਜ਼ ਬਹੁਤ ਸਾਰੇ ਸਟੂਡੈਂਟਸ ਵੱਲੋਂ ਡਿਮਾਂਡ ਆ ਰਹੀ ਸੀਗੀ ਕਿ ਪੰਜਾਬ ਪੁਲਿਸ ਕਾਂਸਟੇਬਲ ਤੇ ਸਬ ਇੰਸਪੈਕਟਰ ਐਗਜ਼ਾਮ ਲਈ ਸੋ ਇਹ HRM ਦੇ ਜਿਹੜੇ MCQs ਹੈ ਇਹ ਆਪਾਂ ਸਬ ਟੌਪਿਕ ਜਿਹੜੇ ਹੈਗੇ ਨੇ HRM ਦੇ ਸਿਲੇਬਸ ਦੇ ਵਿੱਚ ਟੌਪਿਕ ਵਾਈਜ਼ ਕਰਾਂਗੇ, ਜਿਵੇਂ ਜੋਬ ਸਪੈਸੀਫਿਕੇਸ਼ਨ ਕੀ ਹੁੰਦੀ ਆ, ਹੈ ਨਾ, ਜੋਬ ਡਿਸਕ੍ਰਿਪਸ਼ਨ, ਜੋਬ ਐਨਾਲਿਸਿਸ, ਦੈਨ ਇਹਦੇ ਵਿੱਚ ਤੁਹਾਡਾ ਅੱਗੇ ਇਮੋਸ਼ਨਲ ਇੰਟੈਲੀਜੈਂਸ ਇੱਕ ਟੌਪਿਕ ਹੈਗਾ, ਵਰਕ ਫੋਰਸ ਡਾਇਵਰਸਿਟੀ ਆ। ਸੋ ਆਪਾਂ ਡਿਫਰੈਂਟ ਟੌਪਿਕਸ ਦੇ ਹਿਸਾਬ ਦੇ ਨਾਲ MCQs ਕਵਰ ਕਰਾਂਗੇ, ਬਟ ਪ੍ਰੋਵਾਈਡਡ ਕਿ ਮੈਨੂੰ ਤੁਹਾਡੇ ਤੋਂ ਵੀ ਰਿਸਪੌਂਸ ਜਿਹੜਾ ਅੱਛਾ ਚਾਹੀਦਾ ਆ। ਠੀਕ ਹੈ, ਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ। ਸੋ ਲੈਟਸ ਸਟਾਰਟ। ਫਰਸਟ ਕੁਐਸਚਨ ਹੈ, ਵਿਚ ਵਨ ਇਜ਼ ਦਾ ਹਿਊਮਨ ਰਿਲੇਸ਼ਨਸ ਪੋਲਿਸੀ। ਕਿ ਇਹਨਾਂ ਦੇ ਵਿੱਚੋਂ ਹਿਊਮਨ ਰਿਲੇਸ਼ਨਸ ਪੋਲਿਸੀ ਕੀ ਹੈ? ਹਿਊਮਨ ਰਿਲੇਸ਼ਨ ਕੀ ਹੈ? ਜਦੋਂ ਸਾਡਾ ਜਿਹੜਾ ਇੰਡੀਵਿਜੂਅਲ ਤੌਰ ਦੇ ਉੱਤੇ ਇੰਟਰਸਟ ਹੋਵੇ, ਗਰੁੱਪਸ ਦੇ ਵਿੱਚ ਆਪਾਂ ਰਹਿ ਰਹੇ ਹਾਂ, ਸਾਡਾ ਉਹਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਆ, ਠੀਕ ਹੈ, ਔਰ ਇੱਕ ਗਰੁੱਪ ਦੇ ਵਿੱਚ ਆਪਾਂ ਕਿਉਂ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਾਂ? ਬਿਕੋਜ਼ ਸਾਡੇ ਕੁਝ ਕਾਮਨ ਇੰਟਰਸਟ ਹੁੰਦੇ ਨੇ, ਅਸੀਂ ਖੁੱਲ੍ਹ ਕੇ ਇੱਕ ਦੂਸਰੇ ਨਾਲ ਗੱਲ ਕਰ ਲੈਂਦੇ ਹਾਂ, ਚਾਹੇ ਉਹ ਫਾਰਮਲ ਗਰੁੱਪ ਹੋਵੇ ਚਾਹੇ ਉਹ ਇਨਫਾਰਮਲ ਗਰੁੱਪ ਹੋਵੇ, ਇੱਕ ਓਪਨਨੈਸ ਜਿਹੜੀ ਹੈ ਹੁੰਦੀ ਹੈ, ਠੀਕ ਹੈ, ਹਿਊਮਨ ਰਿਲੇਸ਼ਨਸ ਅਪਰੋਚ ਦੇ ਵਿੱਚ। ਸੋ ਫਸਟ ਆਪਸ਼ਨ ਹੈਗੀ ਹੈ ਮਿਊਚੁਅਲ ਅਸੈਪਟੈਂਸ। ਮਿਊਚੁਅਲ ਅਸੈਪਟੈਂਸ ਕੀ ਹੁੰਦਾ ਕਿ ਇੱਕ ਦੂਸਰੇ ਨੂੰ ਆਪਾਂ ਅਸੈਪਟ ਕਰਦੇ ਹਾਂ। B ਕਾਮਨ ਇੰਟਰਸਟ, ਸਾਡਾ ਇੱਕ ਕਾਮਨ ਇੰਟਰਸਟ ਹੁੰਦਾ। C ਓਪਨ ਕਮਿਊਨੀਕੇਸ਼ਨ। D ਆਲ ਆਫ ਦੀਸ। ਸੋ ਸਾਰੀਆਂ ਹੀ ਆਪਸ਼ਨਸ ਜਿਹੜੀਆਂ ਆਉਣਗੀਆਂ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ D। ਨੈਕਸਟ ਕੁਐਸਚਨ ਹੈਗਾ, ਡੈਸ਼ ਇਜ਼ ਦ ਸਟੱਡੀ ਆਫ ਪੀਪਲ ਐਜ਼ ਇੰਡੀਵਿਜੂਅਲਸ ਐਂਡ ਇਨ ਗਰੁੱਪਸ, ਰਿਲੇਸ਼ਨਸ਼ਿਪ ਬਿਟਵੀਨ ਦੈਮ। ਸੋ ਹੁਣੇ ਹੀ ਆਪਾਂ ਇਹ ਸਟੱਡੀ ਕੀਤਾ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ D, ਹਿਊਮਨ ਰਿਲੇਸ਼ਨ ਸਟੱਡੀ। ਹਿਊਮਨ ਰਿਲੇਸ਼ਨ ਸਟੱਡੀ ਕੀ ਹੈ? ਸਟੱਡੀ ਆਫ ਪੀਪਲ ਐਜ਼ ਇੰਡੀਵਿਜੂਅਲਸ ਐਂਡ ਇਨ ਗਰੁੱਪਸ, ਤੇ ਉਹਨਾਂ ਦੇ ਵਿੱਚ ਜੋ ਵੀ ਰਿਲੇਸ਼ਨ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ D। ਨੈਕਸਟ ਹੈ, ਹਿਊਮਨ ਰਿਸੋਰਸ ਪਲੈਨਿੰਗ ਇਨਕਲੂਡਸ। ਠੀਕ ਹੈ, ਸੋ ਅੱਜ ਦਾ ਜਿਹੜਾ ਟੌਪਿਕ ਹੈ ਇਹਦੇ ਵਿੱਚ ਮੇਨਲੀ ਪਲੈਨਿੰਗ ਦੇ ਅੰਡਰ ਜਿਹੜੇ ਟੌਪਿਕਸ ਆਉਂਦੇ ਨੇ, ਸਬ ਟੌਪਿਕਸ, ਉਹਦੇ 'ਤੇ ਹੀ ਕੁਐਸਚਨਸ ਹੋਣਗੇ ਤੁਹਾਡੇ, ਕਿਉਂਕਿ ਤੁਹਾਡੇ ਸਿਲੇਬਸ ਦਾ ਪਾਰਟ ਵੀ ਹੈ। ਸੋ ਹਿਊਮਨ ਰਿਸੋਰਸ ਪਲੈਨਿੰਗ, ਹਿਊਮਨ ਰਿਸੋਰਸ ਦੇਖੋ ਜਿਵੇਂ ਇੱਕ ਕੰਪਨੀ ਦਾ ਇੱਕ ਐਸੈਟ ਹੁੰਦਾ ਆ, ਕੋਈ ਵੀ ਕੈਪੀਟਲ ਹੈ ਕੰਪਨੀ ਦਾ ਐਸੈਟ ਹੈ, ਠੀਕ ਹੈ, ਇਸੇ ਤਰ੍ਹਾਂ ਜਿਹੜੀ ਮੈਨ ਪਾਵਰ ਆ ਜਾਂ ਹਿਊਮਨ ਰਿਸੋਰਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਇੱਕ ਇਹਦਾ ਹੋਰ ਨਾਮ ਹੁੰਦਾ ਪਰਸੋਨਲ, ਠੀਕ ਹੈ, PERSONNEL। ਸੋ ਇਹ ਕੀ ਹੈ? ਇਹ ਐਸੈਟ ਹੁੰਦੇ ਨੇ। ਹਿਊਮਨ ਰਿਸੋਰਸਿਸ ਵੀ ਐਸੈਟ ਹੈ। ਹਿਊਮਨ ਰਿਸੋਰਸ ਅੱਛਾ ਕੰਮ ਕਰੇਗਾ, ਉਹ ਸੈਟਿਸਫਾਈਡ ਹੋਏਗਾ, ਤਾਂ ਹੀ ਉਹ ਪ੍ਰੋਡਕਟਿਵਿਟੀ ਦੇ ਵਿੱਚ ਕੰਟਰੀਬਿਊਟ ਕਰੂਗਾ, ਤਾਂ ਹੀ ਉਹ ਐਫੀਸ਼ੀਐਂਸੀ ਦੇ ਵਿੱਚ ਇਨਹੈਂਸਮੈਂਟ ਕਰੂਗਾ, ਠੀਕ ਹੈ। ਸੋ ਇਹਦੇ ਵਾਸਤੇ ਹਿਊਮਨ ਰਿਸੋਰਸ ਪਲੈਨਿੰਗ ਦੇ ਵਿੱਚ ਕੀ ਹੁੰਦਾ ਕਿ ਆਪਾਂ ਉਹਨਾਂ ਨੂੰ ਅੱਛੀ ਵਰਕ ਕੰਡੀਸ਼ਨਸ ਦਿੰਦੇ ਹਾਂ, ਆਪਾਂ ਉਹਨਾਂ ਨੂੰ ਅੱਛੀ ਤਨਖਾਹ ਦਿੰਦੇ ਹਾਂ, ਆਪਾਂ ਉਹਨਾਂ ਦੀ ਪਰਫੋਰਮੈਂਸ ਨੂੰ ਰੈਕੋਗਨਾਈਜ਼ ਕਰਦੇ ਹਾਂ, ਉਹਨਾਂ ਨੂੰ ਪ੍ਰਮੋਸ਼ਨ ਦੇ ਚਾਂਸਿਸ ਦਿੰਦੇ ਹਾਂ, ਠੀਕ ਹੈ। ਸਾਰੀਆਂ ਚੀਜ਼ਾਂ ਕੀ ਹੈ? ਪਲੈਨਿੰਗ ਦੇ ਵਿੱਚ ਆਉਂਦੀਆਂ ਨੇ, ਹਿਊਮਨ ਰਿਸੋਰਸ ਪਲੈਨਿੰਗ ਦੇ ਵਿੱਚ ਆਉਂਦੀਆਂ ਨੇ। ਸੋ ਆਪਸ਼ਨ A ਇਜ਼ ਇੰਪਰੂਵਿੰਗ ਕੁਆਲਿਟੀ ਆਫ ਵਰਕਰਸ ਲਾਈਫ ਇਨ ਆਰਗੇਨਾਈਜੇਸ਼ਨ। ਸੋ ਬਿਲਕੁਲ ਠੀਕ ਆ। ਸੈਕਿੰਡ ਆਪਸ਼ਨ ਹੈਗੀ ਹੈ ਰੈਕੋਗਨੀਸ਼ਨ ਆਫ ਪਰਫੋਰਮੈਂਸ। ਸੋ ਰੈਕੋਗਨਾਈਜ਼ ਕਰਦੇ ਹਾਂ ਆਪਾਂ ਉਹਨਾਂ ਨੂੰ, ਜਿਵੇਂ ਬੈਨੀਫਿਟਸ ਦਿੰਦੇ ਹਾਂ, ਜਿਹਦੇ ਵਿੱਚ ਮੋਨੀਟਰੀ ਨੋਨ ਮੋਨੀਟਰੀ ਬੈਨੀਫਿਟਸ, ਜਿਨ੍ਹਾਂ ਨੂੰ ਆਪਾਂ ਫਰਿੰਜ ਬੈਨੀਫਿਟਸ ਵੀ ਬੋਲ ਦਿੰਦੇ ਹਾਂ, ਜਿਵੇਂ ਬੱਚਿਆਂ ਦੀ ਐਜੂਕੇਸ਼ਨ ਵਗੈਰਾ, ਠੀਕ ਹੈ। ਸੋ ਇਹ ਸਾਰਾ ਕੁਛ ਆਉਂਦਾ। ਥਰਡ ਹੈਗਾ ਕ੍ਰੀਏਟਿੰਗ ਕਰੀਅਰ ਪ੍ਰੋਸਪੈਕਟਸ ਫॉर EMPLOYEES। ਬਿਲਕੁਲ ਸਹੀ ਹੈ, ਜਿਵੇਂ ਆਪਾਂ ਉਹਨਾਂ ਨੂੰ ਪ੍ਰਮੋਸ਼ਨਲ ਲਈ, ਹੈ ਨਾ, ਓਪੋਰਚੁਨਿਟੀਜ਼ ਦਿੰਦੇ ਹਾਂ ਪ੍ਰਮੋਸ਼ਨਸ ਵਾਸਤੇ। ਸੋ ਆਪਸ਼ਨ D ਇਜ਼ ਆਲ ਆਫ ਦੀ ਅਬਵ। ਸੋ ਰਾਈਟ ਆਂਸਰ ਇਜ਼ ਆਪਸ਼ਨ D। ਨੈਕਸਟ ਕੁਐਸਚਨ ਇਜ਼, which one is or are the function or the functions of human resource management। ਪਹਿਲੀ ਆਪਸ਼ਨ ਹੈਗੀ ਹੈ ਬਿਲਡਿੰਗ ਵਰਕਿੰਗ ਕਲਚਰ, ਕਿ ਇੱਕ ਵਰਕ ਕਲਚਰ ਜਿਹੜਾ ਆਪਾਂ ਬਿਲਡ ਕਰਦੇ ਹਾਂ। ਸੈਕਿੰਡ, ਰੇਜ਼ਿੰਗ ਮੋਰਲ ਆਫ EMPLOYEES। ਮੋਰਲ ਕਿਸ ਤਰ੍ਹਾਂ ਅਸੀਂ ਬੂਸਟ ਕਰਦੇ ਹਾਂ EMPLOYEES ਦਾ? ਉਹਨਾਂ ਨੂੰ ਪ੍ਰਮੋਸ਼ਨ ਦੇ ਕੇ, ਜਾਂ ਉਹਨਾਂ ਨੂੰ ਇਨਸੈਂਟਿਵਸ ਦੇ ਕੇ, ਬੋਨਸ ਦੇ ਕੇ, ਠੀਕ ਹੈ। ਦੈਨ ਉਸ ਤੋਂ ਬਾਅਦ ਆਪਸ਼ਨ C, ਮਿਨੀਮਾਈਜ਼ਿੰਗ ਡਿਸਸੈਟਿਸਫੈਕਸ਼ਨ, ਕਿ EMPLOYEES ਦੇ ਵਿੱਚ ਸੈਟਿਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਹੈ, ਡਿਸਸੈਟਿਸਫੈਕਸ਼ਨ ਜਿਹੜੀ ਹੈ ਘੱਟ ਤੋਂ ਘੱਟ ਹੋਵੇ, ਜਾਂ ਨੂੰ ਘਟਾਇਆ ਜਾਵੇ। ਸੋ ਰਾਈਟ ਆਂਸਰ ਇਜ਼ ਆਪਸ਼ਨ D, all of these ਜਾਂ all of the above। next ਹੈ, which is or are the principle or the principles of human relations। ਸੋ A is ਪ੍ਰਿੰਸੀਪਲ ਆਫ ਵਰਕ ਰੈਕੋਗਨੀਸ਼ਨ। ਅਸੀਂ ਹੁਣੇ ਹੀ ਪੜ੍ਹਿਆ ਹੈ ਨਾ ਕਿ ਕੰਮ ਨੂੰ, ਉਹਨਾਂ ਨੂੰ ਰੈਕੋਗਨਾਈਜ਼ ਕਰਨਾ, ਹਿਊਮਨ ਰਿਸੋਰਸਿਸ ਦੇ ਜਾਂ ਮੈਨ ਪਾਵਰ ਜੋ ਵੀ ਤੁਸੀਂ ਰੱਖੀ ਹੋਈ ਹੈ ਦੇ ਕੰਮ ਨੂੰ ਆਪਾਂ ਰੈਕੋਗਨਾਈਜ਼ ਕਰਦੇ ਹਾਂ। B ਪ੍ਰਿੰਸੀਪਲ ਆਫ ਪਾਰਟੀਸੀਪੇਸ਼ਨ। ਪਾਰਟੀਸੀਪੇਸ਼ਨ ਕਿ ਜਿਵੇਂ ਕੋਈ ਇੰਪੋਰਟੈਂਟ ਡਿਸੀਜਨ ਮੇਕਿੰਗ ਆ, ਉਹਦੇ ਵਿੱਚ ਵਰਕਰਸ ਨੂੰ ਪਾਰਟੀਸੀਪੇਟ ਕਰਵਾਉਣਾ, ਹੈ ਨਾ, ਉਹਨਾਂ ਦੀ ਵੀ ਰਾਏ ਲੈਣੀ, ਉਹਨਾਂ ਦੀ ਓਪੀਨੀਅਨ ਲੈਣੀ, ਜਿਹੜਾ ਕਿ ਆਪਾਂ ਡਿਫਰੈਂਟ ਮੈਥਡਸ ਦੇ ਥਰੂ ਕਰਦੇ ਹਾਂ, ਕੁਐਸਚਨਰਸ ਦੇ ਥਰੂ ਕਰਦੇ ਹਾਂ, ਬ੍ਰੇਨ ਸਟੋਰਮਿੰਗ ਮੈਥਡ ਦੇ ਥਰੂ ਕਰਦੇ ਹਾਂ। ਆਪਸ਼ਨ C ਇਜ਼ ਪ੍ਰਿੰਸੀਪਲ ਆਫ ਮੋਟੀਵੇਸ਼ਨ, ਹੈ ਨਾ, ਮੋਟੀਵੇਟ ਕਰਦੇ ਹਾਂ ਉਹਨਾਂ ਨੂੰ ਕਿਸੇ ਵੀ ਤਰੀਕੇ। ਆਪਸ਼ਨ D ਆਲ ਆਫ ਦੀ ਅਬਵ। ਸੋ ਰਾਈਟ ਆਂਸਰ ਇਜ਼ ਆਪਸ਼ਨ D, ਆਲ ਆਫ ਦੀ ਅਬਵ। ਨੈਕਸਟ ਕੁਐਸਚਨ ਹੈ, the changing age of workforce, difference in culture,
आर द करैक्टरिस्टिक ऑफ विच ऑफ द फॉलोइंग। सो देखो डिफरेंस इन कल्चर हो गया, चेंजिंग एज ऑफ वर्कफोर्स, एक किस चीज़ की करैक्टरिस्टिक हो सकती है। वेखो हुण जिवें इंडियंस ने है ना, इंडियंस खास करके पंजाबी अगर आप गल कर लीए, पंजाबीज़ की एग्जाम्पल लै लीए, बाहर जाके काम करते हैं कैनेडा दे विच, USA दे विच या वैसट एशियन कंट्रीज़ दे विच भी काम करते हैं, उधर के लोग भी इधर आते हैं। सो इस तरह अगर आप सिर्फ इंडिया की ही गल कर लीए, हुण दिल्ली वर्गी सिटी है या बैंगलोर वर्गी सिटी है, उत्थे पंजाब तो भी लोग जाते हैं, यूपी बिहार तो भी जाते हैं, साउथ इंडियंस भी होंगे ने, है ना। सो ये सारा की है, ये वर्कफोर्स डाइवर्सिटी है। और ये वर्कफोर्स डाइवर्सिटी जी है, एक काहदे करके आउंदी है, ग्लोबलाइजेशन के करके आउंदी है, ठीक है। सो ग्लोबलाइजेशन भी आऊगा तो ये कॉम्पीटिशन का तो कोई लेना देना है नहीं गा। दैन उस तो इलावा एक होर ऑप्शन ये हैगी है डेमोग्राफिक ट्रेंड्स। डेमोग्राफिक ट्रेंड्स की होंदे ने कि एक पर्टिकुलर जी पॉपूलेशन ग्रुप है, ठीक है, ਉਹਦੀ कंसनट्रेशन जी है कितने किसी ऑर्गेनाइजेशन ਦੇ ਵਿੱਚ ज़्यादा होंदी है, किसी च घट होंदी है। सो ਉਹਦਾ भी इंपैक्ट वर्कफोर्स कल्चर ਦੇ ਉੱਤੇ ਪੈਂਦਾ ਹੀ ਪੈਂਦਾ ਆ, है ना। सो ਜਿਵੇਂ ਮੰਨ ਲਓ ਕਿਸੇ ਤੁਸੀਂ ਦਫ਼ਤਰਾਂ ਦੇ ਵਿੱਚ ਜਾਓ ਤੇ ਉੱਥੇ ਮੇਲਸ ਓਬਵੀਅਸਲੀ ज़्यादा ਹੁੰਦੇ ਨੇ, है ना, और फीमेल्स कंपैरेटिवली घट ਹੁੰਦੀਆਂ ਨੇ। सो ਇਹਦਾ ਇੰਪੈਕਟ ਜਿਹੜਾ ਆ ਉਹ ਪੈਂਦਾ ਹੀ ਪੈਂਦਾ ਆ, है ना। सो ਕੰਮ ਦੇ ਉੱਤੇ। सो ਇਹਦੇ ਵਿੱਚ ਆਪਸ਼ਨ ਆਏਗੀ ਸੈਕਿੰਡ ਤੇ फोर्थ। सो राइट आंसर इज़ ऑप्शन सी। नैक्सट है परसोनल एडमिनिस्ट्रेशन इनक्लूड्स। परसोनल एडमिनिस्ट्रेशन जिवें कि मैं तुहानूं स्टार्टिंग च दस्सिया कि इहनूं आपां ह्यूमन रिसोर्स मैनेजमेंट भी बोल दिंदे आ, परसोनल मैनेजमेंट भी बोल दिंदे आ, जिहदे विच आपां इंपलॉइज़ नूं रिक्रूट करदे आ, सिलैक्ट करदे आ। सो इस द राइट आंसर आएगा ऑल ऑफ दीज। परसोनल एडमिनिस्ट्रेशन इनक्लूड्स एम्प्लॉयमेंट, रिक्रूटमेंट, सिलैक्शन, ठीक है। नैक्सट है डैश इज़ अ कलैक्शन ऑफ ड्यूटीज़, टास्क एंड एक्टिविटीज़ विच आर असाइनड टू एन इंडिविजुअल विच इज़ डिफरेंट फ्रॉम असाइनमेंट। सो ओवरऑल अगर आप ग्रुप ऑफ ड्यूटीज़ की गल करिए जिहड़ियां एक बंदे नूं या रिस्पोंसिबिलिटीज़ दित्तियां जांदियां ने, सो उन्होंने आप की कहने आ, सो उन्होंने आप कहने आ जॉब, ठीक है। जदों आप ह्यूमन रिसोर्स मैनेजमेंट की गल करते हैं तो उहदे विच जो भी एक बंदे नूं टास्क या ड्यूटीज़ असाइनड होंदियां ने अदर दैन इज़ असाइनमेंट, पर्टिकुलर असाइनमेंट, उन्होंने आप की कहने आ जॉब, उन्होंने आप सर्विस नहीं कहांगे, ठीक है। दैन राइट आंसर इज़ ऑप्शन ए। सो इस तरह के रलते मिलते क्वेश्चनस ही तुहानूं आउणगे, ठीक है। सो बेसिक जिहा तुहानूं एक अंडरस्टैंडिंग होऊगी चीज़ की भी की है इहदे विच ते तुसीं आंसर उहदा आराम दे नाल मार्क कर सकदे हो पेपर च। सो नैक्सट क्वेश्चन है मैन पावर प्लैनिंग। अगेन जिद्दां आपां परसोनल भी कह दिंदे आ, ह्यूमन रिसोर्स भी कह दिंदे आ, आपां मैन पावर प्लैनिंग भी इहनूं कह सकदे आ। सो मैन पावर प्लैनिंग की है, इट इज़ कंपलसरी फॉर, एक काहदे वास्ते ज़रूरी है प्लैनिंग करनी। प्लैनिंग की हुंदा कि आपां हुणे पढ़िया सीगा सैकेंड और थर्ड क्वेश्चन दे विच ह्यूमन रिसोर्स प्लैनिंग दे विच की आउंदा आ कि जिहदे विच आपां अपने इंपलॉइज़ नूं करियर प्रॉस्पैक्ट्स दिंदे आ, है ना, उन्हां दे काम नूं आपां रैकोगनाइज़ करदे, उन्हां दी परफॉर्मेंस नूं आपां रैकोगनाइज़ करदे, उन्हां नूं मोटिवेट करदे आ। सो क्यों ज़रूरी है? ऑप्शन ए रिडक्शन इन इंडस्ट्रीयल अनरैसट थ्रू करैक्ट प्लैनिंग। इंडस्ट्रीयल अनरैसट कदों हुंदी आ? जदों इंपलॉइज सैटिस्फाई नहीं होंदे। तो अनरैसट कदों हुंदी? जदों सैटिस्फाइड नहीं होणगे तो की करनगे? स्ट्राइक्स वगैरह करनगे, है ना। सो इस करके मैन पावर प्लैनिंग ज़रूरी है। करैक्ट प्लैनिंग करके आपां इंडस्ट्रीयल अनरैसट नूं घटा सकते हैं। सैकेंड ऑप्शन हैगी है टू मेक द इंपलॉय डिवेलपमेंट प्लैनस इफैक्टिव, है ना। प्लैनिंग करके आपां पहलां तो ही कि इंपलॉइज़ नूं आपां किवें उन्हां दी डिवेलपमेंट करनी आ, उन्हां दे प्लैनस नूं ज़्यादा इफैक्टिव बना सकते हैं। सी ऑप्शन हैगा टू प्रोवाइड अ सॉलिड बेस फॉर रिक्रूटमेंट। देखो एक हुंदी रिक्रूटमेंट, एक हुंदी है सिलैक्शन, दोनों दे विच डिफरेंस हैगा। रिक्रूटमेंट जिहड़ी आ उहदे विच वो एक प्रोसैस, एक पॉजिटिव प्रोसैस आ, क्योंकि इहदे विच आपां एप्लीकेशनस इकट्ठियां करते हैं, आप मंगते हैं लोगों को कि सानू ज़रूरत है तो तुसी अप्लाई करो, है ना। जिवें PSSB ने जॉब्स कढ़ दित्तियां, ओके, रिक्रूटमेंट प्रोसैस उन्हें स्टार्ट करता, एक पॉजिटिव प्रोसैस आ, उहदे विच कोई भी रिजैक्शन नहीं हैगी, सब दी एक्सैप्टेंस आ जाओ, तुसी भी आ जाओ, तुसी भी आ जाओ, तुसी भी अप्लाई करो, है ना। सारे क्वालीफाइड कैंडीडेट्स नूं आपां इकट्ठे कर लिया। बट सिलैक्शन की है? सिलैक्शन एक नैगेटिव प्रोसैस आ। नैगेटिव क्यों है? क्योंकि उहदे विच रिजैक्शन हुंदी आ भी सानू सारे जिन्ने भी क्वालीफाइड कैंडीडेट्स ने उन्हां दे विचों सानू बेस्ट चूज़ करने आ ते बाकी जिहड़े सानू उन्हां नू रिजैक्ट कर देना, क्योंकि इहदे विच रिजैक्शन आ, इस करके सिलैक्शन एक नैगेटिव प्रोसैस आ। सो ये भी क्वेश्चन कई बारी आ जाता होंदा कि रिक्रूटमेंट जिहड़ा पॉजिटिव प्रोसैस आ ते सिलैक्शन जिहड़ा नैगेटिव प्रोसैस आ, याद रखियो, ठीक आ। और क्यों है ये भी मैं तुहानू दसदा। सो राइट आंसर इज़ ऑप्शन डी।
सो नेक्स्ट है यही क्वेश्चन आ गया, रिक्रूटमेंट इज़ अ डैश प्रोसैस, नैगेटिव, न्यूट्रल, पॉजिटिव, नन ऑफ दिस। सो रिक्रूटमेंट की है पॉजिटिव ਪ੍ਰੋਸੈਸ ਹੈ, ਕਿਉਂਕਿ ਇਹਦੇ ਵਿੱਚ ਹਜੇ ਆਪਾਂ ਕਿਸੇ ਨੂੰ ਰਿਜੈਕਟ ਨਹੀਂ ਕਰ ਰਹੇ, ਇਹਦੇ 'ਚ ਅਸੀਂ ਸਿਰਫ ਐਪਲੀਕੇਸ਼ਨਸ ਮੰਗ ਰਹੇ ਹਾਂ, ਜਿਹੜਾ ਕੁਆਲੀਫਾਈਂਗ ਕੈਂਡੀਡੇਟ ਆ ਉਹ ਅਪਲਾਈ ਕਰੇ ਜੋਬ ਵਾਸਤੇ, ਰਾਈਟ। ਸੋ ਰਿਕਰੂਟਮੈਂਟ ਇਜ਼ ਅ ਪੋਜ਼ਿਟਿਵ ਪ੍ਰੋਸੈਸ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਆਰ ਦ ਡਿਸੀਜਨਸ ਟੂ ਬੀ ਮੇਡ ਵਾਈਲ ਡਿਵਾਈਜ਼ਿੰਗ ਦ ਸਟ੍ਰੈਟਜੀਜ਼ ਟੂ ਹਾਇਰ। ਜਦੋਂ ਆਪਾਂ ਕਿਸੇ ਨੂੰ ਜੋਬ 'ਤੇ ਰੱਖਣਾ ਹੈ ਇੱਕ ਆਰਗੇਨਾਈਜੇਸ਼ਨ ਨੇ, ਤੇ ਉਹਨੂੰ ਕਿਹੜੇ ਡਿਸੀਜਨਸ ਜਿਹੜੇ ਆ ਧਿਆਨ ਦੇ ਵਿੱਚ ਰੱਖਣੇ ਪੈਂਦੇ ਨੇ। ਸੋ ਪਹਿਲੀ ਆਪਸ਼ਨ ਹੈਗੀ ਆ ਜੋਗ੍ਰਾਫਿਕ ਡਿਸਟਰੀਬਿਊਸ਼ਨ ਆਫ ਲੇਬਰ ਮਾਰਕੀਟਸ ਕੰਪਰਾਈਜ਼ਿੰਗ ਜੋਬ ਸੀਕਰਸ। ਹੁਣ ਇਹਦੇ ਵਿੱਚ ਜਿਵੇਂ ਆਪਾਂ ਮਤਲਬ ਇੱਕ ਐਗਜ਼ਾਮਪਲ ਲੈ ਲਈਏ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਆ ਸਭ ਤੋਂ ਪਹਿਲਾਂ ਦੇਖਦੀ ਹੈ ਵੀ ਕਿੱਥੇ ਕਿੱਥੇ ਵੈਕੈਂਸੀਜ਼ ਐਗਜ਼ਿਸਟ ਕਰਦੀਆਂ ਨੇ, ਤੇ ਉਹ ਜਿੱਥੇ ਜਿੱਥੇ ਵੈਕੈਂਸੀਜ਼ ਐਗਜ਼ਿਸਟ ਕਰਦੀਆਂ ਨੇ ਉੱਥੇ ਕਿੰਨੇ ਕੁ ਜੋਬ ਸੀਕਰਸ ਨੇ। ਜੋਬ ਸੀਕਰਸ ਮਤਲਬ ਕਿ ਜਿਹੜੇ ਜੋਬ ਸੀਕ ਕਰ ਰਹੇ, ਜੋਬ ਦੀ ਭਾਲ ਕਰ ਰਹੇ ਨੇ, ਠੀਕ ਆ। ਸੋ ਲੇਬਰ ਮਾਰਕੀਟ ਆਪਾਂ ਦੇਖਣੀ ਹੈ ਵੀ ਉੱਥੇ ਕਿੰਨੇ ਲੋਕੀ ਜਿਹੜੇ ਨੇ ਇਸ ਵੇਲੇ ਅਨਇੰਪਲੋਇਡ ਨੇ, ਜਾਂ ਜਿਨ੍ਹਾਂ ਦੇ ਸਕਿੱਲਸ ਸਾਡੀ ਜੋਬ ਦੇ ਨਾਲ ਮੈਚ ਕਰਦੇ ਨੇ ਤੇ ਉਹ ਫ੍ਰੀ ਬੈਠੇ ਨੇ। ਸੈਕਿੰਡ ਹੈਗਾ ਮੇਕ ਔਰ ਬਾਏ ਇੰਪਲੋਈਜ਼, ਜਾਂ ਤਾਂ ਜਿਹੜੇ ਇੰਟਰਨਲੀ ਆਪਾਂ ਰਿਕਰੂਟ ਕਰ ਲਈਏ, ਠੀਕ ਹੈ, ਜਾਂ ਪ੍ਰਮੋਸ਼ਨ। ਇੰਟਰਨਲ ਰਿਕਰੂਟਮੈਂਟ ਦੇ ਵਿੱਚ ਹੁੰਦਾ ਹੈ ਕਿ ਪ੍ਰਮੋਸ਼ਨ ਕਰ ਲਈਏ, ਠੀਕ ਆ, ਆਲਰੇਡੀ ਜਿਹੜੇ ਰਿਕਰੂਟਡ ਇੰਪਲੋਈਜ਼ ਨੇ, ਤੇ ਜਾਂ ਫਿਰ ਨਵੇਂ ਹਾਇਰ ਕਰ ਲਈਏ ਫੋਰ ਐਗਜ਼ਾਮਪਲ। ਔਰ ਇਹਦੇ ਵਿੱਚ ਜਿਵੇਂ ਆਪਣੇ ਰਿਟਾਇਰਿੰਗ ਇੰਪਲੋਈਜ਼ ਹੁੰਦੇ ਨੇ, ਉਹਨਾਂ ਨੂੰ ਵੀ ਜਦੋਂ ਆਪਾਂ ਰਿਕਰੂਟ ਕਰਦੇ ਹਾਂ ਤੇ ਉਹਨੂੰ ਵੀ ਆਪਾਂ ਇੰਟਰਨਲ ਰਿਕਰੂਟਮੈਂਟ ਹੀ ਕਹਿੰਦੇ ਹਾਂ, ਰਾਈਟ। ਸੋ ਇਹ ਵੀ ਆਪਾਂ ਜਦੋਂ ਰਿਕਰੂਟਮੈਂਟ ਚੰਗੀ ਤਰ੍ਹਾਂ ਉਹਦੇ ਕੁਐਸਚਨਸ ਕਵਰ ਕਰਾਂਗੇ ਤੇ ਉਹਦੇ ਵਿੱਚ ਆਪਾਂ ਇੰਟਰਨਲ ਤੇ ਐਕਸਟਰਨਲ ਸੋਰਸਿਸ ਦੇ ਬਾਰੇ ਵੀ ਕੁਐਸਚਨਸ ਕਵਰ ਕਰ ਲਾਂਗੇ। ਸੋ ਇੰਟਰਨਲ ਜਿਵੇਂ ਆਪਾਂ ਹੁਣੇ ਭਰਤੀ ਨਿਕਲੀ ਸੀਗੀ ਪਟਵਾਰੀ ਦੀ, ਹੈ ਨਾ, ਸੋ ਉਹਦਾ ਕਿੰਨਾ ਰੌਲਾ ਪਿਆ ਵੀ ਇਹ ਜਿਹੜੇ ਰਿਟਾਇਰਡ ਇੰਪਲੋਈਜ਼ ਨੇ ਉਹਨਾਂ ਨੂੰ ਭਰਤੀ ਕਰਦੇ ਨੇ, ਹੈ ਨਾ। ਸੋ ਉਹ ਕੀ ਆ, ਇੰਟਰਨਲ ਰਿਕਰੂਟਮੈਂਟ ਆ। ਆਰਗੇਨਾਈਜੇਸ਼ਨ ਸੋਚ ਰਹੀ ਆ ਵੀ ਆਪਾਂ ਇੰਟਰਨਲੀ ਕਰ ਲਈਏ, ਵੀ ਜਿਹੜੇ ਰਿਟਾਇਰਡ ਹੋਏ ਉਹਨਾਂ ਨੂੰ ਹੀ ਰੱਖ ਲਈਏ ਕਿ ਜਾਂ ਫਿਰ ਨਵਿਆਂ ਨੂੰ ਮੌਕਾ ਦਈਏ। ਸੀ ਆਪਸ਼ਨ ਹੈਗਾ ਸੀਕੁਐਂਸਿੰਗ ਦਾ ਐਕਟੀਵਿਟੀਜ਼ ਇਨ ਦਾ ਰਿਕਰੂਟਮੈਂਟ ਪ੍ਰੋਸੈਸ, ਕਿ ਜਿਹੜਾ ਰਿਕਰੂਟਮੈਂਟ ਪ੍ਰੋਸੈਸ ਉਹਦੇ ਵਿੱਚ ਜੋ ਵੀ ਐਕਟੀਵਿਟੀਜ਼ ਆਪਾਂ ਫੋਲੋ ਕਰਨੀਆਂ ਨੇ ਉਹਨੂੰ ਆਪਾਂ ਕਿਸ ਤਰ੍ਹਾਂ ਮਤਲਬ ਪੂਰਾ ਉਹਨੂੰ ਸੀਕੁਐਂਸ ਦੇ ਵਿੱਚ ਕਰਨਾ ਫੋਲੋ। ਕਿ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੋਟੀਫਿਕੇਸ਼ਨ ਕੱਢਦੇ ਹਾਂ, ਫਿਰ ਉਸ ਤੋਂ ਬਾਅਦ ਸਾਡੇ ਕੋਲ ਐਪਲੀਕੇਸ਼ਨਸ ਆਉਂਦੀਆਂ ਨੇ, ਫਿਰ ਆਪਾਂ ਉਹਨੂੰ ਸ਼ਾਰਟ ਲਿਸਟ ਕਰਦੇ ਹਾਂ, ਫਿਰ ਆਪਾਂ ਉਹਨਾਂ ਨੂੰ ਟੈਸਟ ਵਾਸਤੇ ਬੁਲਾਉਂਦੇ ਹਾਂ, ਦੈਨ ਉਸ ਤੋਂ ਬਾਅਦ ਫਿਰ ਸਿਲੈਕਸ਼ਨ ਦਾ ਪ੍ਰੋਸੈਸ ਜਿਹੜਾ ਸਟਾਰਟ ਹੁੰਦਾ ਆ। ਦੈਨ ਡੀ ਆਪਸ਼ਨ ਇਜ਼ ਆਲ ਆਫ ਦੀ ਅਬਵ। ਸੋ ਰਾਈਟ ਆਂਸਰ ਇਜ਼ ਡੀ, all of the above. Next is choose the method which is not a type of external recruitment technique. So ਇਹੀ ਚੀਜ਼ ਆ ਗਈ external ਮਤਲਬ ਜਦੋਂ ਆਪਾਂ ਬਾਹਰੋਂ ਰਿਕਰੂਟ ਕਰਦੇ ਹਾਂ। ਸੋ ਆਪਸ਼ਨ ਏ ਹੈਗਾ ਐਕੁਇਜ਼ੀਸ਼ਨ ਐਂਡ ਮਰਜਰ। ਹੁਣ ਦੋ ਕੰਪਨੀਜ਼ ਨੇ A ਤੇ B, ਉਹਨਾਂ ਦਾ ਜਾਂ A ਕੰਪਨੀ ਉਹਨੇ B ਨੂੰ ਐਕਵਾਇਰ ਕਰ ਲਿਆ, ਹੁਣ ਬਾਹਰਲੀ ਕੰਪਨੀ ਨੂੰ ਐਕਵਾਇਰ ਕੀਤਾ ਨਾ, ਸੋ ਉਹਦੇ ਇੰਪਲੋਈਜ਼ ਉਹਦੇ ਵਿੱਚ ਜਿਹੜੇ ਆ ਉਹ ਵੀ ਨਾਲ ਹੀ ਉਹਨਾਂ ਦੀ ਰਿਕਰੂਟਮੈਂਟ ਹੋ ਗਈ। ਸੋ ਇਹ ਵੀ ਕੀ ਹੈ ਐਕਸਟਰਨਲ। ਮਰਜਰ ਜਿੱਦਾਂ A ਤੇ B ਮਿਲ ਕੇ, ਜਾਂ A ਤੇ B ਮਰਜ ਹੋ ਗਿਆ, ਜਾਂ A ਤੇ B ਮਿਲ ਕੇ ਜਿਹੜੀਆਂ C ਦੇ ਨਾਲ ਮਰਜ ਹੋ ਗਈਆਂ, ਤੇ ਉਹ ਵੀ ਫਿਰ ਐਕਸਟਰਨਲ ਹੀ ਹੋਇਆ। B ਹੈਗਾ ਰੇਡੀਓ ਐਂਡ ਟੈਲੀਵਿਜ਼ਨ ਦੇ ਵਿੱਚ, ਉਹ ਵੀ ਇੱਕ ਤਰ੍ਹਾਂ ਦੀ ਐਡਵਰਟੀਜ਼ਮੈਂਟ ਹੀ ਆ, ਵੀ ਰੇਡੀਓ ਦੇ ਵਿੱਚ ਆਪਾਂ ਐਡਵਰਟੀਜ਼ਮੈਂਟ ਦੇਤੀ ਵੀ ਸਾਨੂੰ ਰਿਕੁਆਇਰਮੈਂਟ ਆ, ਟੈਲੀਵਿਜ਼ਨ ਦੇ ਵਿੱਚ ਦੇਤੀ। D ਆਪਸ਼ਨ ਹੈਗੀ ਐਡਵਰਟੀਜ਼ਮੈਂਟ, ਉਹ ਵੀ ਐਕਸਟਰਨਲ ਹੀ ਆ। C ਹੈਗਾ ਫਾਰਮਰ ਇੰਪਲੋਈਜ਼, ਆਪਾਂ ਹੁਣੇ ਗੱਲ ਕੀਤੀ ਕਿ ਜਿਹੜੇ ਰਿਟਾਇਰਡ ਇੰਪਲੋਈਜ਼ ਹੁੰਦੇ, ਫਾਰਮਰ ਜਿਹੜੇ ਕਿ ਪਹਿਲਾਂ ਜੋਬ ਕਰ ਚੁੱਕੇ ਸਾਡੀ ਕੰਪਨੀ ਦੇ ਵਿੱਚ। ਸੋ ਇਹ ਕੀ ਹੈ, ਇਹ ਇੰਟਰਨਲ ਰਿਕਰੂਟਮੈਂਟ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਆਪਸ਼ਨ ਸੀ ਫਾਰਮਰ ਇੰਪਲੋਈਜ਼ ਜਿਹੜੇ ਆ ਉਹ ਐਕਸਟਰਨਲ ਰਿਕਰੂਟਮੈਂਟ ਟੈਕਨੀਕ ਨਹੀਂ ਹੈ, ਉਹ ਇੰਟਰਨਲ ਰਿਕਰੂਟਮੈਂਟ ਟੈਕਨੀਕ ਹੈ, ਠੀਕ ਹੈ। ਨੈਕਸਟ ਹੈ ਵਿਚ ਵਨ ਇਜ਼ ਦਾ ਸੋਰਸ ਆਫ ਰਿਕਰੂਟਮੈਂਟ ਇਨ ਇੰਡੀਆ। ਆਪਸ਼ਨ ਏ ਇੰਪਲੋਇਮੈਂਟ ਐਕਸਚੇਂਜ, ਇੰਪਲੋਇਮੈਂਟ ਐਕਸਚੇਂਜਿਸ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ CVs ਵਗੈਰਾ ਆਪਾਂ ਦੇ ਆਉਂਦੇ ਹਾਂ। B ਹੈਗਾ ਕਾਲਜ ਕੈਂਪਸ, C ਇੰਪਲੋਈ ਰੈਫਰੈਂਸ, ਤੇ D ਆਲ ਆਫ ਦੀ ਅਬਵ। ਸੋ ਸਾਰੇ ਹੀ ਜਿਹੜੇ ਸੋਰਸਿਸ ਨੇ ਇੰਡੀਆ ਦੇ ਵਿੱਚ ਚੱਲਦੇ ਨੇ ਰਿਕਰੂਟਮੈਂਟ ਦੇ। ਸੋ ਰਾਈਟ ਆਂਸਰ ਇਜ਼ ਆਪਸ਼ਨ D। ਨੈਕਸਟ ਹੈ ਸਿਲੈਕਸ਼ਨ ਪ੍ਰੋਸੀਜਰ ਇਨਕਲੂਡਸ। A option is reception. Reception means receive ਕਰਦੇ ਆਪਾਂ applications. B employment test. C application bank. D all of the above. So right answer is all of the above. Next ਹੈ which of the following statement is false. ਇਹਨਾਂ ਦੇ ਵਿੱਚੋਂ ਗਲਤ statement ਕਿਹੜੀ ਆ? A option, a promotion is the transfer of an employee to a job that pays more money or more preferred status. So ਜਦੋਂ ਸਾਡੀ ਪ੍ਰਮੋਸ਼ਨ ਹੁੰਦੀ ਆ ਤੇ ਸਾਡੀ ਸੈਲਰੀ ਵੀ ਵੱਧ ਜਾਂਦੀ ਹੈ, ਨਾਲ ਦੇ ਨਾਲ ਸਾਡਾ ਸਟੇਟਸ ਵੀ ਵੱਧ ਜਾਂਦਾ ਹੈ ਨਾ। B ਆਪਸ਼ਨ ਹੈ a promotion is the advancement of an employee to a better job in terms of greater responsibilities, more status, more authority. Obviously ਜੇ ਸਾਡੀ ਸੈਲਰੀ ਵੱਧਦੀ ਹੈ, ਸਟੇਟਸ ਵੱਧਦਾ ਤੇ ਸਾਡੀਆਂ ਰਿਸਪੌਂਸਿਬਿਲਿਟੀਜ਼ ਵੀ ਤਾਂ ਵੱਧ ਜਾਣਗੀਆਂ। ਸੋ ਇਹ ਵੀ ਠੀਕ ਹੈ। C option ਹੈ job is a group of positions that are similar in kind and level of work. So ਇਹ ਵੀ ਠੀਕ ਹੈ। Option D none of the above. So ਕੋਈ ਵੀ statement false ਨਹੀਂ ਹੈ। So right answer is option D. Next ਹੈ recruiters must be sensitive to the constraints on the dash process. Constraints ਕੀ ਹੁੰਦੀਆਂ ਹੈ? Limitations.
ਸੋ ਰਿਕਰੂਟਰਸ ਹੈ ਤੇ ਰਿਕਰੂਟਮੈਂਟ ਰਿਲੇਟਡ ਪ੍ਰੋਸੈਸ ਰਿਲੇਟਡ ਹੀ ਉਹਨਾਂ ਨੂੰ ਸੈਂਸਿਟਿਵ ਹੋਣਾ ਚਾਹੀਦਾ ਹੈ ਅਗਰ ਕੋਈ ਲਿਮਿਟੇਸ਼ਨਸ ਨੇ ਇਸ ਪ੍ਰੋਸੈਸ ਦੇ ਵਿੱਚ ਤੇ ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਹੈ ਸਿਲੈਕਸ਼ਨ ਇਜ਼ ਅ ਡੈਸ਼ ਪ੍ਰੋਸੈਸ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਿਲੈਕਸ਼ਨ ਕੀ ਹੈ, ਨੈਗੇਟਿਵ ਪ੍ਰੋਸੈਸ ਹੈ ਕਿਉਂਕਿ ਇਹਦੇ ਵਿੱਚ ਪੋਸੀਬਿਲਿਟੀਜ਼ ਹੁੰਦੀ ਹੈ ਰਿਜੈਕਸ਼ਨ ਦੀ ਵੀ ਕੁਆਲੀਫਾਈਡ ਕੈਂਡੀਡੇਟਸ 'ਚੋਂ ਜਿਹੜਾ ਬੈਸਟ ਆ ਉਹਨੂੰ ਆਪਾਂ ਸਿਲੈਕਟ ਕਰ ਲੈਂਦੇ ਹਾਂ, ਬਾਕੀਆਂ ਨੂੰ ਆਪਾਂ ਰਿਜੈਕਟ ਕਰ ਦਿੰਦੇ ਹਾਂ। ਸੋ ਇਟ ਇਜ਼ ਅ ਨੈਗੇਟਿਵ ਪ੍ਰੋਸੈਸ। ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਹੈ ਵਿਚ ਵਨ ਇਜ਼ ਨਾਟ ਦਾ ਐਲੀਮੈਂਟ ਆਫ ਪਰਸਨੈਲਿਟੀ ਟੈਸਟ। ਦੇਖੋ ਜਿਹੜੀ ਕੋਈ ਵੀ ਆਪਾਂ ਪਰਸਨੈਲਿਟੀ ਟੈਸਟ ਕਰਦੇ ਹਾਂ ਬੇਸਿਕਲੀ 4 ਐਲੀਮੈਂਟਸ ਹੁੰਦੇ ਨੇ ਪਰਸਨੈਲਿਟੀ ਦੇ, ਜਿਹਦੇ ਵਿੱਚ ਏਅਰ, ਅਰਥ, ਵਾਟਰ ਅਤੇ ਇੱਕ ਹੁੰਦੀ ਹੈ ਫਾਇਰ। ਠੀਕ ਆ, ਸੋ ਇਹਦੇ ਵਿੱਚ ਜਿਵੇਂ ਹੁਣ ਆਪਾਂ ਫਾਇਰ ਦੀ ਐਗਜ਼ਾਮਪਲ ਲੈ ਲਈਏ ਅਤੇ ਉਹਦੇ ਵਿੱਚ ਆਉਂਦਾ ਕਿ ਬੰਦਾ ਕਿੰਨਾ ਕੁ ਕ੍ਰੀਏਟਿਵ ਹੈ, ਕਿੰਨਾ ਕੁ ਪੈਸ਼ਨੇਟ ਆ, ਕਿੰਨਾ ਕੁ ਅਥੋਰੀਟੇਟਿਵ ਆ, ਠੀਕ ਹੈ, ਡੋਮੀਨੇਟਿੰਗ ਆ। ਦੈਨ ਇਸ ਤੋਂ ਇਲਾਵਾ ਜੇਕਰ ਆਪਾਂ ਵਾਟਰ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਆ ਜਾਂਦਾ ਕਾਮਨੈਸ ਬੰਦੇ 'ਚ ਕਿੰਨੀ ਆ ਦੇਖਿਆ ਜਾਂਦਾ, ਠੀਕ ਹੈ, ਕਿੰਨਾ ਕੁ ਆਪਟੀਮਿਸਟਿਕ, ਆਸ਼ਾਵਾਦੀ ਆ। ਠੀਕ ਆ, ਸੋ ਇਸ ਤਰ੍ਹਾਂ ਦੇ ਪਰਸਨੈਲਿਟੀ ਐਲੀਮੈਂਟਸ ਹੁੰਦੇ ਨੇ। ਸੋ ਇਹਦੇ ਵਿੱਚੋਂ ਐਂਬੀਸ਼ਨ ਵੀ ਇੱਕ ਪਰਸਨੈਲਿਟੀ ਐਲੀਮੈਂਟ ਹੈ, ਡੋਮੀਨੈਂਸ ਵੀ ਹੈ, ਆਪਟੀਮਿਜ਼ਮ ਵੀ ਹੈ, ਪਰ ਓਪੀਨੀਅਨ ਜਿਹੜੀ ਹੈ ਇਹ ਕੋਈ ਐਲੀਮੈਂਟ ਪਰਸਨੈਲਿਟੀ ਨਹੀਂ ਹੈ, ਪਰਸਨੈਲਿਟੀ ਟੈਸਟ ਦਾ ਜਾਂ ਪਰਸਨੈਲਿਟੀ ਦਾ ਕੋਈ ਟਰੇਟ ਨਹੀਂ ਹੈਗਾ ਓਪੀਨੀਅਨ ਜਿਹੜਾ ਆ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਮਕੈਨੀਕਲ ਅਬਿਲਿਟੀ ਟੈਸਟ ਇਨਕਲੂਡਸ। ਸੋ ਆਪਸ਼ਨ ਏ ਮਕੈਨੀਕਲ ਐਪਟੀਟਿਊਡ ਟੈਸਟ, ਬੀ ਪੈਨਸਿਲ ਟੈਸਟ, ਸੀ ਡਾਇਗਰਾਮੈਟਿਕ ਪੇਪਰ ਟੈਸਟ, ਡੀ ਆਲ ਆਫ ਦੀ ਅਬਵ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ ਆਲ ਆਫ ਦੀ ਅਬਵ। ਨੈਕਸਟ ਕੁਐਸਚਨ ਹੈ training control system includes option A annual review of year's training plan, B monthly review of budget and plans, option C real time review of specific projects, D all of the above. So right answer is option D all of the above. Next है which of the following is a type of skills test? So option A interest test, option B achievement test, option C personality test, option D all of these. So right answer is option D all of these. Next है the objective of selection decision is to choose the individual who can most successfully perform the job from the pool of। ਆਪਾਂ ਕਿਹੜੇ ਕੈਂਡੀਡੇਟ ਨੂੰ ਸਿਲੈਕਟ ਕਰਦੇ ਹਾਂ, ਇੱਕ ਜਦੋਂ ਆਪਾਂ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤੇ ਆਪਾਂ ਇੱਕ ਜਿਹੜਾ ਬੈਸਟ ਇੰਡੀਵਿਜੂਅਲ ਹੁੰਦਾ ਆ ਉਹਨੂੰ ਕਿਹੜੇ ਪੂਲ 'ਚੋਂ ਮਤਲਬ ਕਿਹੜੇ ਬੱਚਿਆਂ ਦੇ ਗਰੁੱਪ ਦੇ ਵਿੱਚੋਂ ਉਹਨੂੰ ਆਪਾਂ ਸਿਲੈਕਟ ਕਰਦੇ ਹਾਂ, ਕੁਆਲੀਫਾਈਡ ਕੈਂਡੀਡੇਟਸ ਦੇ ਗਰੁੱਪ 'ਚੋਂ, ਹੈ ਨਾ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਨੈਕਸਟ ਹੈ ਆਫ ਦੀ ਜੋਬ ਟ੍ਰੇਨਿੰਗ ਮੈਥਡ ਕੰਸਿਸਟ ਆਫ। ਦੇਖੋ ਜਦੋਂ ਆਪਾਂ ਟ੍ਰੇਨਿੰਗ ਦੀ ਗੱਲ ਕਰਾਂ ਤਾਂ 2 ਤਰ੍ਹਾਂ ਦੀਆਂ ਟ੍ਰੇਨਿੰਗਸ ਹੁੰਦੀਆਂ ਨੇ, ਇੱਕ ਹੁੰਦੀ ਹੈ ਔਨ ਦੀ ਜੋਬ ਟ੍ਰੇਨਿੰਗ, ਇੱਕ ਹੁੰਦੀ ਹੈ ਆਫ ਦੀ ਜੋਬ ਟ੍ਰੇਨਿੰਗ। ਜਿਹੜੀ ਔਨ ਦੀ ਜੋਬ ਟ੍ਰੇਨਿੰਗ ਹੁੰਦੀ ਆ ਉਹਦੇ ਵਿੱਚ ਬੰਦੇ ਨੂੰ ਜਿਹੜਾ ਸਿਖਾਇਆ ਜਾਂਦਾ ਰੀਅਲ ਵਰਕ ਸਿਚੁਏਸ਼ਨ ਦੇ ਵਿੱਚ ਕੰਮ ਕਰਾ ਕੇ ਸਿਖਾਇਆ ਜਾਂਦਾ, ਜਦ ਕਿ ਜਿਹੜੀ ਆਫ ਦੀ ਜੋਬ ਟ੍ਰੇਨਿੰਗ ਹੈ ਉਹਦੇ ਵਿੱਚ ਮੇਨਲੀ ਉਹਨੂੰ ਕੰਮ ਜਿਹੜਾ ਹੈ ਕਿ ਉਹਦੇ ਬਾਰੇ ਦੱਸਿਆ ਜਾਂਦਾ, ਬਟ ਐਕਚੁਅਲ ਜਿਹੜੀ ਜੋਬ ਸਿਚੁਏਸ਼ਨ ਆ ਉਹ ਤੋਂ ਸੈਪਰੇਟ ਰੱਖਿਆ ਜਾਂਦਾ ਹੈ। ਜਿਵੇਂ ਮੰਨ ਲਓ ਤੁਹਾਡੀ ਕੋਈ ਵੀ ਜੋਬ ਲੱਗੇਗੀ, ਉਸ ਤੋਂ ਪਹਿਲਾਂ ਤੁਹਾਨੂੰ ਕਿਸੇ ਇੰਸਟੀਟਿਊਟ ਦੇ ਵਿੱਚ 1 ਮਹੀਨਾ ਲਵਾਉਣਗੇ, ਉਹਦੇ ਵਿੱਚ ਤੁਹਾਨੂੰ ਤੁਹਾਡੀ ਜੋਬ ਦੇ ਬਾਰੇ ਦੱਸਣਗੇ ਸਿਰਫ, ਅਤੇ ਉਹਨੂੰ ਆਪਾਂ ਆਫ ਦੀ ਜੋਬ ਟ੍ਰੇਨਿੰਗ ਕਹਾਂਗੇ। ਠੀਕ ਆ, ਹੁਣ ਇਹਦੇ ਵਿੱਚ ਡਿਫਰੈਂਟ ਮੈਥਡ ਹੁੰਦੇ। ਜਿਵੇਂ ਆਪਾਂ ਔਨ ਦੀ ਜੋਬ ਟ੍ਰੇਨਿੰਗ ਦੇ ਵਿੱਚ ਹੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਜੋਬ ਇੰਸਟਰਕਸ਼ਨ ਟ੍ਰੇਨਿੰਗ ਹੁੰਦੀ ਆ, ਫਿਰ ਇਹਦੇ ਵਿੱਚ ਕੋਚਿੰਗ ਐਂਡ ਮੈਂਟੋਰਿੰਗ ਅਗਰ ਆ ਜਾਏ ਤਾਂ ਉਹ ਵੀ ਔਨ ਦੀ ਜੋਬ ਟ੍ਰੇਨਿੰਗ ਹੁੰਦੀ ਆ। ਇਸੇ ਤਰ੍ਹਾਂ ਐਪਰੈਂਟਾਈਜ਼ਸ਼ਿਪ ਟ੍ਰੇਨਿੰਗ ਹੁੰਦੀ ਆ, ਉਹ ਵੀ ਔਨ ਦੀ ਜੋਬ ਟ੍ਰੇਨਿੰਗ ਹੁੰਦੀ ਆ। ਫਿਰ ਜੋਬ ਰੋਟੇਸ਼ਨ ਹੋ ਜੇ ਜਾਂ ਪੋਜੀਸ਼ਨ ਰੋਟੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਵੀ ਔਨ ਦੀ ਜੋਬ ਟ੍ਰੇਨਿੰਗ ਆ। ਠੀਕ ਆ, ਦੈਨ ਉਸ ਤੋਂ ਬਾਅਦ ਇੱਕ ਓਰੀਐਂਟੇਸ਼ਨ ਟ੍ਰੇਨਿੰਗ ਹੁੰਦੀ ਆ। ਓਰੀਐਂਟੇਸ਼ਨ ਟ੍ਰੇਨਿੰਗ ਕੀ ਹੈ ਕਿ ਜਦੋਂ ਤੁਸੀਂ ਨਵੇਂ ਰਿਕਰੂਟ ਹੁੰਦੇ ਹੋ ਅਤੇ ਉਦੋਂ ਫਸਟ ਟਾਈਮ ਜੋ ਵੀ ਤੁਹਾਨੂੰ ਜੋਬ ਦੇ ਉੱਤੇ ਜਾ ਕੇ ਸਿਖਾਇਆ ਜਾਂਦਾ ਆ ਉਹਨੂੰ ਆਪਾਂ ਓਰੀਐਂਟੇਸ਼ਨ ਟ੍ਰੇਨਿੰਗ ਕਹਿੰਦੇ ਹਾਂ। ਸੋ ਉਹ ਵੀ ਔਨ ਦੀ ਜੋਬ ਟ੍ਰੇਨਿੰਗ ਆ। ਅਤੇ ਜੇਕਰ ਆਪਾਂ ਆਫ ਦੀ ਜੋਬ ਟ੍ਰੇਨਿੰਗ ਦੀ ਗੱਲ ਕਰੀਏ ਜਿਹਦੇ ਵਿੱਚ ਮੇਨ ਫੋਕਸ ਜਿਹੜਾ ਉਹ ਤੁਹਾਨੂੰ ਜੋਬ ਦੇ ਬਾਰੇ ਜਾਣਕਾਰੀ ਦੇਣਾ ਹੁੰਦਾ, ਬਟ ਐਕਚੁਅਲ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਜੋਬ ਦੇ ਵਿੱਚ ਨਹੀਂ ਟ੍ਰੇਨਿੰਗ ਦਿੱਤੀ ਜਾਂਦੀ। ਸੋ ਇਹਦੇ ਵਿੱਚ ਰੋਲ ਪਲੇਇੰਗ ਮੈਥਡ ਆ ਜਾਂਦੇ ਨੇ, ਕੇਸ ਸਟੱਡੀ ਮੈਥਡ ਆ ਜਾਂਦਾ ਆ, ਲੈਕਚਰ ਮੈਥਡ ਆ ਜਾਂਦਾ ਆ। ਠੀਕ ਆ, ਫਿਰ ਕਾਨਫਰੰਸ ਅਪਰੋਚ ਹੁੰਦਾ ਆ, ਪ੍ਰੋਗਰਾਮਡ ਟ੍ਰੇਨਿੰਗ ਹੁੰਦੀ ਆ, ਰਾਈਟ। ਦੈਨ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਵੈਸਟੀਬਿਊਲ ਟ੍ਰੇਨਿੰਗ ਵੀ ਹੁੰਦੀ ਆ। ਠੀਕ ਆ, ਵੈਸਟੀਬਿਊਲ ਟ੍ਰੇਨਿੰਗ ਵੀ ਤੁਹਾਡੀ ਆਫ ਦੀ ਜੋਬ ਟ੍ਰੇਨਿੰਗ ਆ, ਬਟ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ 'ਚ ਨਾ ਇੱਕ ਸਿਮੂਲੇਟਡ ਜਾਂ ਐਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ ਕਿ ਜਿਹੜਾ ਐਕਚੁਅਲ ਤੁਹਾਡੀ ਜੋਬ ਵਰਗਾ ਹੀ ਹੁੰਦਾ ਆ, ਪਰ ਉਹ ਅਸਲ ਦੇ ਵਿੱਚ ਤੁਹਾਡੀ ਜੋਬ ਨਹੀਂ ਹੁੰਦੀ, ਬਟ ਉਹ ਇਨਵਾਇਰਮੈਂਟ ਉਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਂਦਾ ਵੀ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਆਪਣੀ ਜੋਬ 'ਤੇ ਬੈਠੇ ਹੋਏ ਹੋ। ਬਟ ਇਹ ਸਾਰੇ ਮੈਥਡ ਕੀ ਹੈ, ਇਹ ਆਫ ਦਾ ਜੋਬ ਟ੍ਰੇਨਿੰਗ ਮੈਥਡ ਨੇ। ਸੋ ਇਹਦੇ ਵਿੱਚ ਰਾਈਟ ਆਂਸਰ ਆਏਗਾ ਆਪਸ਼ਨ ਡੀ ਆਲ ਆਫ ਦੀ ਅਬਵ। ਨੈਕਸਟ ਹੈ ਵਿਚ ਵਨ ਇਜ਼ ਦਾ ਕਨਵੈਨਸ਼ਨਲ ਮੈਥਡ ਆਫ ਹਿਊਮਨ ਰਿਸੋਰਸ ਟ੍ਰੇਨਿੰਗ। ਸੋ ਸਭ ਤੋਂ ਟ੍ਰੈਡੀਸ਼ਨਲ ਜਾਂ ਕਨਵੈਨਸ਼ਨਲ ਮੈਥਡ ਕਿਹੜੇ ਚੱਲੇ ਆ ਰਹੇ ਨੇ ਟ੍ਰੇਨਿੰਗ ਦੇ, ਇਹਦੇ ਵਿੱਚ ਵੀ ਆਲ ਆਫ ਦੀਜ਼ ਹੀ ਆਪਸ਼ਨ ਆਏਗਾ, ਡੀ ਆਪਸ਼ਨ।
ਸੋ ਪਹਿਲਾ ਹੈਗਾ ਕਾਨਫਰੰਸ ਟ੍ਰੇਨਿੰਗ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਆਡੀਓ ਵਿਜ਼ੂਅਲ ਮੈਥਡਸ ਦੇ ਨਾਲ ਐਕਸਪਲੇਨ ਕੀਤਾ ਜਾਂਦਾ ਆ, ਜਿਹੜੇ ਟ੍ਰੇਨਰਸ ਹੁੰਦੇ ਨੇ ਉਹ ਕਰਦੇ ਨੇ, ਜਿਵੇਂ PPTs ਦੇ ਥਰੂ, ਸਲਾਈਡਸ ਯੂਜ਼ ਕਰਕੇ ਜਾਂ ਪਿਕਚਰਸ ਯੂਜ਼ ਕਰਕੇ। ਸੈਕਿੰਡ ਮੈਥਡ ਹੈਗਾ ਕੇਸ ਸਟੱਡੀ, ਜਿਹਦੇ ਵਿੱਚ ਇੱਕ ਕੇਸ ਤੁਹਾਨੂੰ ਦਿੱਤਾ ਜਾਂਦਾ ਆ, ਇੱਕ ਸਿਚੁਏਸ਼ਨ ਤੁਹਾਨੂੰ ਬਣਾ ਦਿੱਤੀ ਜਾਂਦੀ, ਕ੍ਰੀਏਟ ਕਰ ਦਿੱਤੀ ਜਾਂਦੀ ਹੈ, ਅਤੇ ਉਹਦੇ 'ਤੇ ਤੁਹਾਨੂੰ ਪ੍ਰੋਬਲਮਸ ਆਈਡੈਂਟੀਫਾਈ ਕਰਨੀਆਂ ਹੁੰਦੀਆਂ ਕੀ ਨੇ, ਅਤੇ ਦੈਨ ਉਹਦੀ ਸੋਲਿਊਸ਼ਨ ਦੇਣੀ ਹੁੰਦੀ ਆ। C ਹੈਗਾ ਇੰਸੀਡੈਂਟ ਮੈਥਡ ਦੇ ਵਿੱਚ ਵੀ ਇੱਕ ਇੰਸੀਡੈਂਟ ਤੁਹਾਨੂੰ ਦਿੱਤਾ ਜਾਂਦਾ ਆ, ਜਿਹਦੀਆਂ ਪ੍ਰੋਬਲਮਸ ਤੁਹਾਨੂੰ ਸੌਰਟ ਆਊਟ ਕਰਨੀਆਂ ਹੁੰਦੀਆਂ ਨੇ। ਆਪਸ਼ਨ D ਆਲ ਆਫ ਦੀਜ਼, ਠੀਕ ਹੈ। ਸੋ ਸਾਰੇ ਹੀ ਆਪਸ਼ਨਸ ਨੇ। ਨੈਕਸਟ ਹੈਗਾ ਵਿਚ ਇਜ਼ ਔਰ ਆਰ ਦ ਮਾਡਰਨ ਟ੍ਰੇਨਿੰਗ ਮੈਥਡ ਆਫ ਹਿਊਮਨ ਰਿਲੇਸ਼ਨ। ਸੋ ਮਾਡਰਨ ਟ੍ਰੇਨਿੰਗ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਰੋਲ ਪਲੇਇੰਗ ਮੈਥਡ, ਠੀਕ ਆ। ਇਹ ਵੀ ਵੈਸੇ ਰੋਲ ਪਲੇਇੰਗ ਵੀ ਆਫ ਦਾ ਜੋਬ ਟ੍ਰੇਨਿੰਗ ਮੈਥਡ ਹੀ ਆ। ਸੋ ਇਹਦੇ ਵਿੱਚ ਕੀ ਹੁੰਦਾ ਆ ਵੀ ਜਿਵੇਂ ਇਹ ਮਤਲਬ ਇੱਕ ਤੁਹਾਨੂੰ ਰੀਅਲਿਸਟਿਕ ਬਿਹੇਵੀਅਰ ਜਿਹੜਾ ਆ ਉਹ ਪ੍ਰੋਵਾਈਡ ਕੀਤਾ ਜਾਂਦਾ ਵੀ ਤੁਸੀਂ ਪਰਫੋਰਮ ਕਰਨਾ, ਜਿਵੇਂ ਇੱਕ ਮੈਨੇਜਰ ਦਾ ਤੁਸੀਂ ਰੋਲ ਪਲੇ ਕਰਨਾ ਆ, ਠੀਕ ਆ। ਆਫ ਦੀ ਜੋਬ ਤੁਸੀਂ ਉਹ ਮੈਨੇਜਰ ਦਾ ਰੋਲ ਪਲੇ ਕਰਨਾ ਹੈ, ਫਿਰ ਤੁਹਾਨੂੰ ਤੁਹਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਹੋਣਗੀਆਂ ਪਤਾ ਲੱਗਣਗੀਆਂ। ਦੈਨ ਗੇਮਿੰਗ ਮੈਥਡ ਹੁੰਦਾ ਆ। ਦੈਨ C ਆਪਸ਼ਨ ਹੈਗਾ ਸੈਂਸਿਟਿਵਿਟੀ ਟ੍ਰੇਨਿੰਗ। ਇਹਨੂੰ ਜਿਹੜੀ ਸੈਂਸਿਟਿਵਿਟੀ ਟ੍ਰੇਨਿੰਗ ਹੈ ਨਾ, ਇਹਦੇ ਵਿੱਚ ਮੇਨਲੀ ਬਿਹੇਵੀਅਰ ਦੇ ਉੱਤੇ ਫੋਕਸ ਰੱਖਿਆ ਜਾਂਦਾ ਰੈਦਰ ਦੈਨ ਤੁਹਾਡਾ ਜਿਹੜਾ ਆਪਣਾ ਹੈਗਾ ਆ ਡਿਊਟੀਜ਼, ਠੀਕ ਹੈ। ਡਿਊਟੀਜ਼ ਦੇ ਉੱਤੇ ਨਹੀਂ ਫੋਕਸ ਕੀਤਾ ਜਾਂਦਾ, ਬਿਹੇਵੀਅਰ ਦੇ ਉੱਤੇ ਫੋਕਸ ਕੀਤਾ ਜਾਂਦਾ ਕਿ ਜਿਵੇਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਮੈਨ ਪਾਵਰ ਨੂੰ ਫੇਸ ਕਰਨੀਆਂ ਪੈਂਦੀਆਂ, ਜਿਵੇਂ ਸੈਕਸ਼ੂਅਲ ਹਰਾਸਮੈਂਟ ਵਗੈਰਾ ਹੋ ਗਈ ਐਟ ਵਰਕ ਪਲੇਸ, ਹੈ ਨਾ। ਦੈਨ ਇਸ ਤੋਂ ਇਲਾਵਾ ਇਮੋਸ਼ਨਲ ਇੰਟੈਲੀਜੈਂਸ ਵਰਗੇ। ਸੋ ਇਹਦੇ 'ਤੇ ਬਿਹੇਵੀਅਰ ਦੇ ਉੱਤੇ ਫੋਕਸ ਕੀਤਾ ਜਾਂਦਾ। ਸੋ ਇਹਦੇ 'ਚੋਂ ਇਹ ਵੀ ਕੁਐਸਚਨ ਪੁੱਛ ਸਕਦੇ ਆ। ਪਲੱਸ ਇਹਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਸੈਂਸਿਟਿਵਿਟੀ ਟ੍ਰੇਨਿੰਗ ਨੂੰ, ਇਹਨੂੰ T ਗਰੁੱਪ ਟ੍ਰੇਨਿੰਗ ਵੀ ਬੋਲਿਆ ਜਾਂਦਾ ਆ। ਸੈਂਸਿਟਿਵਿਟੀ ਟ੍ਰੇਨਿੰਗ ਇਜ਼ ਆਲਸੋ ਨੋਨ ਐਜ਼ T ਗਰੁੱਪ ਟ੍ਰੇਨਿੰਗ। ਸੋ ਇਹ ਵੀ ਨੋਟ ਕਰ ਲਿਓ। ਸੋ ਇਹਦੇ ਵਿੱਚ ਆਏਗਾ ਆਲ ਆਫ ਦੀ ਅਬਵ। ਸੋ ਆਪਸ਼ਨ ਇਜ਼ D। ਸੋ ਦੈਟ ਵਾਜ਼ ਆਲ ਫॉर ਟੂਡੇ। ਇਸ ਤੋਂ ਇਲਾਵਾ ਅਗਰ ਤੁਹਾਨੂੰ ਅੱਛੀ ਲੱਗੀ ਵੀਡੀਓ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸ ਦਿਓ, ਅਤੇ ਫਿਰ ਮੈਂ ਹੋਰ ਵੀਡੀਓਜ਼ ਤੁਹਾਨੂੰ ਪ੍ਰੋਵਾਈਡ ਕਰ ਦਾਂਗੀ ਡਿਫਰੈਂਟ ਟੌਪਿਕ ਵਾਈਜ਼। ਬਟ ਮੈਨੂੰ ਅੱਛਾ ਰਿਸਪੌਂਸ ਮਿਲੇਗਾ ਤਾਂ ਹੀ ਮੈਂ ਐਫਰਟਸ ਜਿਹੜੇ ਆ ਪੁੱਟ ਕਰਾਂਗੀ, ਠੀਕ ਆ। ਸੋ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ ਵੈਰੀ ਮਚ।